ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਸੰਤ ਕੀ ਵਾਰ ਦੇ ਨਾ ਦੋ ਪਦਿਆਂ ਦੀ ਪਹਿਲਾਂ ਵਿਚਾਰ ਕਰ ਚੁੱਕੇ ਹਾਂ। ਹੁਣ ਤੀਸਰਾ ਪਦਵਾ ਸ਼ੁਰੂ ਕਰਨੇ ਤੋਂ ਪਹਿਲਾਂ ਜੀ ਲਾਸਟ ਵਾਲੀ ਪੰਕਤੀ ਆਉਂਦੀ ਹੈ ਦੂਜੇ ਪਦੇ ਦੀ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਕਹਿੰਦੇ ਜਿਹਦੇ ਤੋਂ ਉਪਜਿਆ ਸੀ, ਭਾਵ ਜਿਹਨੇ ਸਾਨੂੰ ਪੈਦਾ ਕੀਤਾ ਸੀ, ਜਿਹਨੇ ਸਾਨੂੰ ਬਣਾਇਆ ਸੀ, ਜਿਸ ਅਕਾਲ ਪੁਰਖ ਪ੍ਰਭੂ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ। ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਫਿਰ ਅਗਲਾ ਪਦ ਹੈ ਜੀ, ਕਿੱਥੋਂ ਉਪਜੇ ਕਹਿ ਰਹੇ ਕਹਿ ਮਾਏ ਸਮਾਏ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ, ਕਹਿਣ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੇ, ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨ ਲਾਵੇ, ਸੱਚ ਪੂਰੇ ਗੁਰ ਉਪਦੇਸ਼ਿਆ ਨਾਨਕ ਸੁਣਾਵੇ। ਦੇਖੋ ਕਿੰਨਾ ਡਿਟੇਲ ਵਿੱਚ ਗੁਰੂ ਸਾਹਿਬ ਬਿਲਕੁਲ ਕਲੀਅਰ ਕਰ ਦਿੰਦੇ ਨੇ, ਉਪਦੇਸ਼ ਦੇ ਰਾਹੀਂ, ਗੁਰੂ ਦੇ ਉਪਦੇਸ਼ ਦੇ ਰਾਹੀਂ। ਸੱਚ ਜਿਹੜਾ ਪ੍ਰਮਾਤਮਾ ਹੈ, ਸਦਾ ਰਹਿਣ ਵਾਲਾ ਸੱਚ ਪੂਰੇ ਗੁਰੂ ਉਪਦੇਸ਼ਿਆ ਨਾਨਕ ਸੁਣਾ। ਹੁਣ ਦੇਖੋ ਅਸੀਂ ਦੂਸਰੇ ਪਦੇ ਤੋਂ ਤੀਜੇ ਪਦੇ ਤੇ ਆਉਣ ਤੋਂ ਨਾ ਕਹਿੰਦੇ ਨੇ ਗੁਰੂ ਸਾਹਿਬ, ਦੇਖੋ ਕਿੰਨਾ ਕਲੀਅਰ ਕਰਦੇ ਨੇ। ਪਹਿਲੇ ਜਦੋਂ ਦੂਜਾ ਪਦਾ ਸਮਾਪਤ ਹੋਇਆ ਸੀ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ, ਕੱਲਾ ਉਹੀਓ ਰਹਿ ਗਿਆ। ਹੁਣ ਦੇਖੋ ਸਾਡੇ ਕਿੰਨੇ ਭਰਮ ਇਸ ਇੱਕ ਪੰਕਤੀ ਵਿੱਚ ਜੇ ਅਸੀਂ ਧਿਆਨ ਨਾਲ ਪੜ੍ਹੀਏ ਵਿਚਾਰੀਏ ਤੇ ਇੱਕ ਇੱਕ ਪੰਕਤੀ ਵਿੱਚ ਨਾ ਸਾਡੀਆਂ ਸਾਰੀਆਂ ਹੀ ਕੁੰਡੀਆਂ ਖੁੱਲਦੀਆਂ ਜਾਣਗੀਆਂ, ਸਾਰੀਆਂ ਗੰਢਾਂ ਖੁੱਲਦੀਆਂ ਜਾਣਗੀਆਂ ਕਿ ਵੀ ਮਰਨ ਤੋਂ ਬਾਅਦ ਦੀ ਗੱਲ ਨਹੀਂ ਹੈਗੀ, ਇੱਥੇ ਪ੍ਰੈਜ਼ੈਂਟ ਵਿੱਚ ਹੈ, ਹੁਣੇ ਮਿਲ ਸਕਦਾ ਹੈ, ਹੁਣੇ ਨਾਲ ਹੈ, ਸਦਾ ਤੇਰੇ ਨਾਲ ਹੈ, ਜਿਹਦੇ ਚ ਉਪਜੇਗਾ ਉਹਦੇ ਚ ਹੀ ਸਮਾਣਾ ਵੈ। ਹੁਣ ਸਾਨੂੰ ਜੇ ਉਹਦੇ ਵਿੱਚ ਹੀ ਸਮਾਣਾ ਹੈ ਤੇ ਫਿਰ ਤੇ ਸਵਰਗ ਨਰਕ ਤੇ ਜਿੰਨਾ ਵੀ ਹੈਲ ਔਰ ਹੈਵਨ, ਇਹ ਸਾਰੀਆਂ ਚੀਜ਼ਾਂ ਸਾਡੀਆਂ ਕਲੀਅਰ ਹੋ ਜਾਂਦੀਆਂ ਨਾ ਸ਼ਬਦ ਦੇ ਰਾਹੀਂ, ਗੁਰੂ ਦੇ ਉਪਦੇਸ਼ ਦੇ ਰਾਹੀਂ। ਇਹਦੇ ਵਿੱਚ ਕਹਿੰਦੇ ਨੇ ਕਿੱਥੋਂ ਉਪਜੇ ਕਹਿ ਰਹੇ ਕਹਿ ਮਾਏ ਸਮਾਵੇ। ਕੋਈ ਨਹੀਂ ਦੱਸ ਸਕਦਾ ਕਿ ਪ੍ਰਭੂ ਨੇ ਸਾਨੂੰ ਕਿਵੇਂ ਪੈਦਾ ਕੀਤਾ ਹੈ, ਪ੍ਰਭੂ ਕਿੱਥੋਂ ਪੈਦਾ ਹੋਇਆ ਤੇ ਕਿੱਥੇ ਰਹਿੰਦਾ ਹੈ ਤੇ ਕਿੱਥੇ ਲੀਨ ਹੋ ਜਾਂਦਾ ਹੈ। ਭਾਵ ਕਿ ਕੋਈ ਨਹੀਂ ਸਾਨੂੰ ਦੱਸ ਸਕਦਾ ਕਿ ਵੀ ਪਰਮਾਤਮਾ ਦੇਖੋ ਇੰਨਾ ਵਿਸ਼ਾਲ ਹੈ। ਗੁਰੂ ਸਾਹਿਬ ਕਹਿੰਦੇ ਨਾ ਉਰਵਾਰ ਪਾਰ ਕੇ ਦਾਨੀਆਂ, ਵੀ ਤੇਰਾ ਉਰਵਾਰ ਤੇ ਪਾਰ ਕੋਈ ਨਹੀਂ ਜਾਣ ਸਕਦਾ। ਪਰ ਲੇਕਿਨ ਅਸੀਂ ਨਾ ਹੁਣ ਆਮ ਤੌਰ ਤੇ ਜਦੋਂ ਅਸੀਂ ਕਥਾ ਕੀਰਤਨ ਵਿੱਚ ਵੀ ਕਥਾ ਕਰਦੇ ਨੇ ਤੇ ਅਸੀਂ ਸੁਣਦੇ ਹਾਂ ਨਾ, ਉਹ ਕਹਿੰਦੇ ਨੇ ਜੀ ਵੀ ਆਮ ਤੌਰ ਤੇ ਵੀ ਜੀ ਉਹ ਮਰਨੇ ਤੋਂ ਬਾਅਦ ਅਸੀਂ ਰੱਬ ਕੋਲੋਂ ਜਾਵਾਂਗੇ, ਉਹ ਸੱਤਵੇਂ ਆਸਮਾਨ ਤੇ ਰਹਿੰਦਾ, ਉਹ ਉੱਪਰ ਵਾਲੇ ਨਿਆਏ ਕਰ, ਨੀਚੇ ਧਰਤੀ ਤੇ ਕੀ ਹੋ ਰਿਹਾ, ਜੋ ਵੀ ਅਸੀਂ ਸੁਣਦੇ ਹਾਂ ਹਨਾ। ਪਰ ਲੇਕਿਨ ਗੁਰੂ ਸਾਹਿਬ ਤੇ ਇਸ ਗੱਲ ਤੇ ਬਿਲਕੁਲ ਹੀ ਗੁਰਮਤ ਇੰਨੀ ਕਲੀਅਰ ਕਰ ਦਿੰਦੀ ਨੇ ਇਸ ਗੱਲ ਨੂੰ ਕਿ ਵੀ ਸਭ ਕੁਝ ਤੇਰੇ ਨਾਲ ਹੈ ਤੇ ਤੂੰ ਉਹਨੂੰ ਹੁਣੇ ਮਿਲ ਸਕਦਾ ਵੇ। ਇੱਥੇ ਵੀ ਕਹਿ ਰਹੇ ਨੇ ਕੋਈ ਨਹੀਂ ਦੱਸ ਸਕਦਾ, ਕੋਈ ਵੀ ਦੁਨੀਆ ਦੀ ਕੋਈ ਵੀ ਸ਼ਖਸੀਅਤ, ਕੋਈ ਵੀ ਸ਼ਕਤੀ ਇਹ ਨਹੀਂ ਦੱਸ ਸਕਦੀ ਕਿ ਪਰਮਾਤਮਾ ਕਿੱਥੇ ਕਿਵੇਂ ਪੈਦਾ ਕਰਦਾ ਹੈ, ਕਿੱਥੇ ਰਹਿੰਦਾ ਹੈ ਤੇ ਕਿੱਥੇ ਲੀਨ ਕਰਦਾ ਹੈ ਸਾਨੂੰ ਮਰਨੇ ਤੋਂ ਬਾਅਦ, ਸਾਡੀ ਬਾਡੀ ਨੂੰ, ਸਾਡੀ ਜਿਹੜੀ ਅਸੀਂ ਆਤਮਾ ਕਹਿ ਦਿੰਦੇ ਹਾਂ। ਫਿਰ ਕਹਿੰਦੇ ਨੇ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ। ਕਹਿੰਦੇ ਸਾਰੇ ਜੀ ਜੰਤ, ਸਾਰੀ ਸ੍ਰਿਸ਼ਟੀ ਉਸ ਪਰਮਾਤਮਾ, ਉਸ ਖਸਮ ਪਰਮਾਤਮਾ ਦੀ ਸਜਾਈ ਹੋਈ ਹੈ। ਅੱਛਾ, ਇੱਕ ਜੀ ਜੰਤ ਤਾਂ ਸਾਨੂੰ ਬਾਹਰ ਹੈਗੇ ਨੇ ਸਾਡੇ, ਇੱਕ ਨਾ ਜੀ ਜੰਤ ਸਾਡੇ ਅੰਦਰ ਵੀ ਹੈ, ਸਾਰਿਆਂ ਦੇ ਅੰਦਰ। ਹੁਣ ਤੁਸੀਂ ਦੇਖੋ ਜਿੰਨੇ ਵੀ ਜੀ ਜੰਤ ਨੇ ਜਿਹੜੇ ਬਾਹਰਲੇ ਨੇ ਹਨਾ, ਜਿਵੇਂ ਕੁੱਤਾ ਹੈ, ਕੁੱਤੇ ਦਾ ਅਸੀਂ ਅਵਗੁਣ ਲੈ ਲਿੱਤਾ ਤੇ ਮਤਲਬ ਕਿ ਉਹਦਾ ਗੁਣ ਨਹੀਂ ਲਿੱਤਾ। ਕੁੱਤਾ ਗੁਰੂ ਸਾਹਿਬ ਕਹਿੰਦੇ ਨੇ ਵਫਾਦਾਰ ਬਹੁਤ ਹੁੰਦਾ, ਗੁਰਬਾਣੀ ਵਿੱਚ ਵੀ ਆਉਂਦੀ ਹੈ ਪੰਕਤੀ। ਤੇ ਤੁਸੀਂ ਦੇਖੋ ਕੁੱਤਾ ਵਫਾਦਾਰ ਹੈ, ਅਸੀਂ ਵਫਾਦਾਰੀ ਦਾ ਗੁਣ ਤਾਂ ਉਹਦੇ ਵਿੱਚ ਲਿੱਤਾ ਨਹੀਂ ਤੇ ਅਸੀਂ ਅਵਗੁਣ ਲੈ ਲਿੱਤਾ ਕਿ ਆਮ ਤੌਰ ਤੇ ਅਸੀਂ ਕਹਿੰਦੇ ਆ ਨਾ ਉਹ ਕੁੱਤੇ ਦੀ ਤਰ੍ਹਾਂ ਅਸੀਂ ਉਹ ਭੌਂਕ ਰਿਹਾ ਸੀ ਹਨਾ, ਅਸੀਂ ਅਵਗੁਣ ਲੈ ਲਿੱਤਾ। ਹੁਣ ਜਿਵੇਂ ਸੱਪ ਦੀ ਵੀ, ਅੱਛਾ ਕੁੰਚਰ, ਹਾਥੀ ਦੀ ਵੀ ਗੁਰੂ ਸਾਹਿਬ ਨੇ ਐਗਜ਼ਾਮਪਲ ਦਿੱਤੀ ਹੈ ਵੀ ਹਾਥੀ ਕਾਮੀ ਹੈ ਹਨਾ, ਤੇ ਹਾਥੀ ਸ਼ਕਤੀਸ਼ਾਲੀ ਵੀ ਹੈ ਹਨਾ। ਪਰ ਲੇਕਿਨ ਅਸੀਂ ਜਿੰਨੇ ਵੀ ਜੀ ਜੰਤ ਨੇ ਨਾ ਬਾਹਰਲੇ, ਉਹਨਾਂ ਤੋਂ ਲੈਣੇ ਸੀ ਤੇ ਗੁਣ ਲੈਣੇ ਸੀਗੇ। ਦੇਖੋ ਉਹ ਸ੍ਰਿਸ਼ਟੀ ਪ੍ਰਮਾਤਮਾ ਨੇ ਸਾਜੀ, ਸਾਰਿਆਂ ਨੂੰ ਹੀ ਆਪਣੀ ਆਪਣੀ ਕਰਮ ਦਿੱਤੇ ਨੇ ਹਨਾ ਪ੍ਰਮਾਤਮਾ ਨੇ, ਜਿਵੇਂ ਸੂਰਜ ਚੜ੍ਹਨਾ, ਚੰਦਰਮਾ ਚੜ੍ਹਨਾ, ਧੁੱਪ ਮਤਲਬ ਕਿ ਧੁੱਪ ਛਾਂ ਹੋਣੀ, ਸਾਰੇ ਉਸ ਪ੍ਰਮਾਤਮਾ ਦੇ ਇੱਕ ਸਾਨੂੰ ਬਹੁਤ ਪਿਆਰੇ, ਮਤਲਬ ਕਿ ਕਹਿ ਲਓ ਕਿ ਉਹਨੇ ਸਾਡੀ ਸੇਵਾ ਵਿੱਚ ਲਗਾਏ ਨੇ ਹੈ। ਗਾਵਨ ਤੁਧ ਨੂੰ ਪੌਣ ਪਾਣੀ ਬੈਸੰਤਰ ਗਾਵਨ ਤੁਧ ਨੂੰ, ਜੇ ਅਸੀਂ ਸੋਦਰ ਦੀ ਪੌੜੀ ਧਿਆਨ ਨਾਲ ਪੜਾਂਗੇ ਨਾ, ਸਾਰੇ ਉਹਨੂੰ ਗਾ ਰਹੇ ਨੇ, ਮੀਨਸ ਕਿ ਤੇਰੇ ਹੁਕਮ ਵਿੱਚ ਚੱਲ ਰਹੇ ਨੇ, ਜਿੰਨੀ ਵੀ ਸ੍ਰਿਸ਼ਟੀ ਦੇ ਜੀ ਜੰਤ ਨੇ ਤੇ ਤੇਰੇ ਹੁਕਮ ਵਿੱਚ ਚੱਲ ਰਹੇ ਨੇ। ਇੱਕ ਸਿਰਫ ਤੇ ਸਿਰਫ ਇੱਕ ਮਨੁੱਖ ਹੈ ਜਿਹੜਾ ਉਹਦੇ ਹੁਕਮ ਵਿੱਚ ਨਹੀਂ ਚੱਲਦਾ। ਜਦੋਂ ਅਸੀਂ ਉਹਦੇ ਹੁਕਮ ਤੋਂ ਬਾਹਰ ਜਾਂਦੇ ਹਾਂ ਤੇ ਅਸੀਂ ਦੁੱਖ ਪਾਉਂਦੇ ਹਾਂ। ਸਾਨੂੰ ਲੱਗਦਾ ਕਿ ਉਹ ਦੁੱਖ ਸਾਨੂੰ ਪਰਮਾਤਮਾ ਦਿੰਦਾ, ਪਰ ਲੇਕਿਨ ਜਦੋਂ ਅਸੀਂ ਉਹਦੇ ਹੁਕਮ ਦੇ ਅਨੁਸਾਰ, ਗੁਰੂ ਸਾਹਿਬ ਦੇਖੋ ਪਹਿਲੀ ਬਾਣੀ 'ਚ ਹੀ ਗੁਰੂ ਸਾਹਿਬ ਨੇ ਫੈਸਲਾ ਕਰਤਾ ਨਾ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ, ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ।
ਹੁਕਮ ਤੇ ਰਜ਼ਾ ਦੇ ਅਨੁਸਾਰ ਉਹਦੇ ਚੱਲ, ਤੇ ਉਹ ਤੇਰੇ ਅੰਦਰ ਲਿਖਿਆ ਹੋਇਆ ਪਰਮਾਤਮਾ ਦਾ ਨਾਮ, ਜਿਹਨੂੰ ਅਸੀਂ ਲੱਭਣਾ ਚਾਹੁੰਦੇ ਹਾਂ, ਜਿਹਦੇ ਮਤਲਬ ਕਿ ਉਹਦੇ ਨਾਲ ਹੀ ਸਾਨੂੰ ਸ਼ਾਂਤੀ ਮਿਲਣੀ ਹੈ, ਸਕੂਨ ਮਿਲਣਾ ਵੈ। ਉਹ ਸਾਡੇ ਅੰਦਰ ਹੀ ਲਿਖਿਆ ਹੋਇਆ, ਉਸ ਪਰਮਾਤਮਾ ਦਾ ਹੁਕਮ ਤੇ ਰਜ਼ਾ ਸਾਡੇ ਅੰਦਰ ਹੀ ਹੈ, ਜਿਹੜਾ ਮਤਲਬ ਕਿ ਪਰਮਾਤਮਾ ਨੂੰ ਅਸੀਂ ਬਾਹਰ ਲੱਭ ਰਹੇ ਹਾਂ ਨਾ, ਪੂਰੀ ਗੁਰਬਾਣੀ ਕਹਿੰਦੀ ਹੈ ਵੀ ਉਹ ਤੇਰੇ ਅੰਦਰ ਹੈ, ਤੇਰੇ ਹਿਰਦੇ ਰੂਪੀ ਘਰ ਵਿੱਚ ਹੈ ਹਨਾ। ਉਹਨੂੰ ਅਸੀਂ ਲੱਭਣਾ ਵੇ। ਗੁਰੂ ਸਾਹਿਬ ਕਹਿੰਦੇ ਨੇ, ਇੱਕ ਮਤਲਬ ਕਿ ਭਗਤ ਜੀ ਦਾ ਸ਼ਬਦ ਆਂਦਾ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਜਦੋਂ ਅਸੀਂ ਆਪਣੀ ਖੋਜ ਕਰਾਂਗੇ, ਗੁਰੂ ਸਾਹਿਬ ਕਹਿੰਦੇ ਨੇ ਤੂੰ ਪਰੇਸ਼ਾਨ ਹੋਏਗਾ ਹੀ ਨਹੀਂ ਕਦੇ ਵੀ। ਇੱਥੇ ਵੀ ਕਹਿ ਰਹੇ ਨੇ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ। ਸਾਰੇ ਜੀ ਜੰਤ ਖਸਮ ਪ੍ਰਭੂ ਦੇ ਪੈਦਾ ਕੀਤੇ ਹੋਏ ਹਨ। ਕੋਈ ਵੀ ਆਪਣੇ ਪੈਦਾ ਕਰਨ ਵਾਲੇ ਗੁਣਾਂ ਦਾ, ਉਹਦੇ ਪੈਦਾ ਕਰਨ ਵਾਲੇ ਗੁਣਾਂ ਦਾ ਕੋਈ ਵੀ ਮੁੱਲ ਨਹੀਂ ਪਾ ਸਕਦਾ। ਫਿਰ ਕਹਿੰਦੇ ਨੇ, ਕਹਿਣ ਧਿਆਨ ਸੁਣਨ ਨਿਤ, ਸੇ ਭਗਤ ਸੁਹਾਵੇ। ਪਹਿਲਾਂ ਤੇ ਕਹਿਣਾ, ਗਾਵੇ, ਕਹਿਣਾ ਜਾਂ ਗਾਵੇ ਇੱਕੋ ਹੀ ਗੱਲ ਹੈ। ਕਹਿਣ ਧਿਆਨ ਮਤਲਬ ਕਿ ਹਿਰਦੇ ਵਿੱਚ ਧਿਆਣਾ। ਹੁਣ ਕਿਤੇ ਵੀ ਐ ਨਹੀਂ ਵੀ ਕਿਸੇ ਗੁਫਾ ਵਿੱਚ ਬਹਿ ਜਾਣਾ, ਜਾਂ ਕਿਤੇ ਜੰਗਲ ਵਿੱਚ ਚਲੇ ਜਾਣਾ, ਜਾਂ ਕਿਤੇ ਮਤਲਬ ਕਿ ਆਪਣੀ ਗ੍ਰਸਤੀ ਤੋਂ ਉਪਰਾਮ ਹੋ ਕੇ ਦੀ ਨਹੀਂ ਗੱਲ ਚੱਲ ਰਹੀ। ਧਿਆਨ ਦਾ ਮਤਲਬ ਹੈ ਵੀ ਦਿਨ ਰਾਤੀ ਆਰਾਧੋ ਪਿਆਰੇ, ਨਿਮਕ ਨਾ ਕੀਜੇ ਢੀਲਾ। ਦਿਨ ਰਾਤੀ ਦਾ ਮਤਲਬ ਹਰ ਦੁਨੀਆ ਦਾ ਹਰ ਕੰਮ ਕਰਨਾ ਤੂੰ ਬਿਜ਼ਨਸਮੈਨ ਹੈ, ਬਿਜ਼ਨਸ ਕਰਨਾ ਹੈ, ਜੌਬ ਕਰਨਾ ਹੈ, ਘਰ ਦਾ ਕੰਮ ਕਰਨਾ ਹੈ, ਬੱਚੇ ਪਾਲਣੇ ਹੈ, ਸਮਾਜ ਨੂੰ ਸੋਹਣਾ ਬਣਾਉਣਾ, ਆਪਣੇ ਘਰ ਦੀ ਰੱਖ ਰਖਾਵ ਕਰਨੀ ਹੈ, ਲੋਕਾਂ ਦੀ ਸੇਵਾ ਕਰਨੀ ਹੈ। ਉਹਦੇ ਵਿੱਚ ਰਹਿੰਦਿਆਂ ਕਹਿਣ ਧਿਆਨ ਸੁਣਨ ਨਿਤ। ਫਿਰ ਸੁਣਨੇ ਦੀ ਗੱਲ ਆ ਜਾਂਦੀ ਹੈ। ਪਹਿਲਾਂ ਬੋਲਣਾ, ਫਿਰ ਸੁਣਨਾ, ਕਹਿਣ ਧਿਆਨ ਸੁਣਨ ਨਿਤ, ਸੇ ਭਗਤ ਸੁਹਾਵੇ। ਜੋ ਉਸ ਪ੍ਰਭੂ ਦੇ ਗੁਣ ਉਚਾਰਦੇ ਹਨ, ਭਾਵ ਕਿ ਉਹਦੇ ਰਸਤੇ ਉੱਤੇ ਚੱਲਦੇ ਹਨ ਤੇ ਉਹਨੂੰ ਆਪਣੇ ਚਿੱਤ ਚੇਤੇ ਵਿੱਚ ਵਸਾਉਂਦੇ ਹਨ, ਉਹ ਭਗਤ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ। ਫਿਰ ਕਹਿੰਦੇ ਨੇ, ਅਗਮ ਅਗੋਚਰ ਸਾਹਿਬੋ, ਦੂਸਰ ਲਵੇ ਨਾ ਲਾਵੇ। ਪਰਮਾਤਮਾ ਅਪਹੁੰਚ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਸਭ ਦਾ ਮਾਲਕ ਹੈ, ਕੋਈ ਵੀ ਉਸ ਦੀ ਬਰਾਬਰੀ ਨਹੀਂ ਕਰ ਸਕਦਾ। ਫਿਰ ਕਹਿੰਦੇ ਨੇ, ਸੱਚ ਪੂਰੇ ਗੁਰ ਉਪਦੇਸ਼ਿਆ, ਨਾਨਕ ਸੁਣਾਵੇ। ਦੇਖੋ, ਸੱਚ ਵੀ ਹੈ, ਪੂਰਾ ਵੀ ਹੈ, ਤੇ ਉਹਦਾ ਉਪਦੇਸ਼ ਸਦਾ ਨਾਲ ਰਹਿਣ ਵਾਲਾ ਵੀ ਹੈ। ਤੇ ਉਹ ਕਿੰਨੇ ਸੁਣਾਇਆ? ਗੁਰੂ ਨਾਨਕ ਪਾਤਸ਼ਾਹ ਨੇ। ਪੂਰਾ ਸੱਚ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਦੇਖੋ, ਜਿਹੜਾ ਮਤਲਬ ਕਿ ਗੁਰੂ ਸਾਹਿਬ ਨੇ ਪੂਰੇ ਦੀ ਗੱਲ ਕੀਤੀ ਨਾ, ਹੁਣ ਅਸੀਂ ਪਤਾ ਕੀ ਕਰਦੇ ਹਾਂ, ਅਸੀਂ ਸਾਧੂ ਵੀ ਬਣ ਜਾਈਏ ਤੇ ਸ਼ੈਤਾਨ ਵੀ ਬਣ ਜਾਈਏ। ਅਸੀਂ ਆਪਣੇ ਅੰਦਰ ਦੋਨੋਂ ਚੀਜ਼ਾਂ ਰੱਖਣੀਆਂ ਚਾਹੁੰਦੇ ਹਾਂ, ਵੀ ਮੈਂ ਚੰਗਾ ਵੀ ਬਣ ਜਾ ਤੇ ਮੈਂ ਮਾੜਿਆਂ ਨਾਲ ਵੀ ਖਲੋ ਜਾ, ਜਾਂ ਮੈਂ ਮਾੜੇ ਕਰਮ ਵੀ ਕਰ ਲਾ, ਮੈਂ ਚੰਗੇ ਕਰਮ ਵੀ ਕਰ ਲਾ। ਦੇਖੋ, ਇਹ ਨਹੀਂ ਹੋਏਗਾ। ਇੱਕ ਡਿਸੀਜਨ ਸਾਨੂੰ ਲੈਣਾ ਪਏਗਾ, ਜਾਂ ਤੇ ਅਸੀਂ ਚੰਗਿਆਈ ਵਾਲੇ ਪਾਸੇ ਜਾ ਸਕਦੇ, ਜਾਂ ਅਸੀਂ ਬੁਰਾਈ ਵਾਲੇ। ਵਿਚਲੇ ਵਾਲਾ ਕੋਈ ਰਸਤਾ ਨਹੀਂ ਹੈਗਾ, ਕਿਉਂਕਿ ਜਿਹੜਾ ਪੂਰਾ ਹੈ ਨਾ, ਉਹਨੇ ਸੱਚ ਪੂਰਾ ਸਾਨੂੰ ਦੇਤਾ। ਹੁਣ ਮੇਰੇ ਉੱਤੇ ਡਿਪੈਂਡ ਕਰਦਾ ਕਿ ਮੈਂ ਕਿਹੜੇ ਕਰਮ ਕਰਨੇ ਆ। ਅਸੀਂ ਸਾਰੇ ਆਜ਼ਾਦ ਹਾਂ, ਸਾਰੇ ਅਸੀਂ ਫਰੀਡਮ ਹੈ ਸਾਨੂੰ ਇਸ ਚੀਜ਼ ਦੀ ਕਿ ਵੀ ਅਸੀਂ ਕਰਮ ਕਿਉਂ ਜੇ ਕਰਨੇ ਆ। ਪਰ ਲੇਕਿਨ ਉਹਦੇ ਰਿਜ਼ਲਟਸ ਸਾਨੂੰ ਕੀ ਮਿਲਣੇ ਨੇ, ਕਿਸੇ ਨੂੰ ਨਹੀਂ ਪਤਾ। ਹੁਣ ਕਈ ਵਾਰ ਅਸੀਂ ਕਹਿ ਦਿੰਦੇ ਨਾ, ਫਲਾਣਾ ਬੰਦਾ ਬੜਾ ਚੰਗਾ, ਉਹਦੇ ਕਰਮ ਬੜੇ ਚੰਗੇ ਨੇ, ਪਰ ਲੇਕਿਨ ਉਹਦੇ ਨਾਲ ਮਾੜਾ ਹੋਇਆ। ਤੁਸੀਂ ਦੇਖੋ, ਇੱਕ ਕਰਮ ਤੇ ਸਾਡੇ ਬਾਲੀ ਤੋਲਦੇ ਹੁੰਦੇ ਨੇ, ਜਿਹੜੇ ਬਾਹਰੀ ਸਾਨੂੰ ਨਜ਼ਰ ਆਉਂਦੇ ਨੇ, ਹਨਾ। ਜਿਵੇਂ ਮੇਰੇ ਮਨ ਵਿੱਚ ਫੁਰਨਾ ਉੱਠਿਆ ਕਿ ਮੈਂ ਚੋਰੀ ਕਰਨੀ ਹੈ, ਹਨਾ। ਮੇਰੇ ਮਨ ਵਿੱਚ ਫੁਰਨਾ ਉੱਠਿਆ, ਪਰ ਮੈਂ ਉਸ ਚੀਜ਼ ਨੂੰ ਹਾਲੇ ਇਲਜ਼ਾਮ ਨਹੀਂ ਦਿੱਤਾ, ਮੀਨਸ ਕਿ ਮੈਂ ਹਾਲੇ ਚੋਰੀ ਨਹੀਂ ਕੀਤੀ, ਪਰ ਲੇਕਿਨ ਮੈਂ ਫੁਰਨਾ ਮੇਰੇ ਮਨ ਵਿੱਚ ਆ ਗਿਆ, ਉਹ ਮੇਰਾ ਇੱਕ ਕਰਮ ਬਣ ਚੁੱਕਿਆ। ਜਿਵੇਂ ਮੈਂ ਸੋਚਿਆ ਕਿ ਮੈਂ ਕਿਸੇ ਦਾ ਮਤਲਬ ਕਿ ਕਿਸੇ ਦਾ ਨੁਕਸਾਨ ਕਰਨਾ ਹੈ ਨਾ, ਮੈਂ ਉਹਨੂੰ ਬਾਹਰੀ ਤੌਰ ਤੇ ਕੀਤਾ ਨਹੀਂ, ਪਰ ਲੇਕਿਨ ਮੇਰੇ ਮਨ ਵਿੱਚ ਉਹ ਫੁਰਨਾ ਸੀਗਾ, ਉਹ ਬੀਜ ਬੋਇਆ ਗਿਆ, ਹਨਾ। ਹੁਣ ਸਾਨੂੰ ਲੱਗਦਾ ਹੈ ਕਿ ਕਿਸੇ ਨਾਲ ਕੋਈ ਬੜਾ ਚੰਗਾ ਹੁੰਦਾ ਪਰ ਮਾੜਾ ਹੁੰਦਾ, ਪਰ ਲੇਕਿਨ ਉਹ ਸਾਡੇ ਕਰਮ ਹੀ ਹੁੰਦੇ ਨੇ। ਪਰਮਾਤਮਾ ਕਿਸੇ ਨੂੰ ਨਹੀਂ ਦੁੱਖ ਦਿੰਦਾ, ਕਿਉਂਕਿ ਜਦੋਂ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਪੜਾਂਗੇ, ਗੁਰੂ ਸਾਹਿਬ ਕਹਿੰਦੇ ਨੇ, ਸਤਿਗੁਰ ਸਭਨਾ ਦਾ ਭਲਾ ਮਨਾਏਗਾ, ਤਿਸ ਦਾ ਬੁਰਾ ਕਿਉਂ ਹੋਏ। ਉਹ ਕਿਸੇ ਦਾ ਬੁਰਾ ਕਰ ਹੀ ਨਹੀਂ ਸਕਦਾ, ਉਹ ਕਿਸੇ ਦਾ ਬੁਰਾ ਸੋਚਦਾ ਵੀ ਨਹੀਂਗਾ ਪਰਮਾਤਮਾ। ਤੇ ਸਾਨੂੰ ਵੀ ਪਰਮਾਤਮਾ ਦੇ ਸੁਭਾਅ ਵਰਗਾ ਹੋਣਾ ਪਏਗਾ। ਉਹ ਸਿਰਫ ਤੇ ਸਿਰਫ ਇਸ ਪੰਕਤੀ 'ਚ ਹੀ ਪੂਰਾ ਕਰਤਾ, ਸੱਚ ਪੂਰੇ ਗੁਰ ਉਪਦੇਸ਼ਿਆ, ਨਾਨਕ ਸੁਣਾਵੇ। ਨਾਨਕ ਉਸ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਸੁਣਾਉਂਦਾ ਹੈ। ਪੂਰੇ ਗੁਰੂ ਨੇ ਉਹ ਪ੍ਰਭੂ ਨੇੜੇ ਵਿਖਾ ਦਿੱਤਾ ਹੈ, ਅੰਦਰ ਵਸਦਾ ਵਿਖਾ ਦਿੱਤਾ ਹੈ। ਇਹਦੇ ਨਾਲ ਨਾ ਤੁਸੀਂ ਦੇਖੋ ਕਿ ਅਸੀਂ ਨਾ ਇੱਕ ਸ਼ਬਦ, ਇੱਕ ਹੈ ਮਤਲਬ ਕਿ ਪੌੜੀ ਨਾ, ਆਮ ਤੌਰ ਤੇ ਮਤਲਬ ਕਿ ਜਦੋਂ ਇਹ ਬਸੰਤ ਰਾਗ ਸ਼ੁਰੂ ਹੁੰਦਾ ਨਾ, ਤੇ ਅਕਸਰ ਅਸੀਂ ਗੁਰਦੁਆਰਾ ਸਾਹਿਬ ਵਿੱਚ ਨਾ ਸੁਣਿਆ ਹੋਏਗਾ, ਕਹਿੰਦੇ, ਨਾਨਕ ਤਿੰਨਾ ਬਸੰਤ ਹੈ,
जिन घर वस्या कंत, जिनके कंत दिसापुरी, से ਅਹਰਨ ਸੇ ਅਹਨਿਸ ਫਿਰਨ ਜਲੰਤ। ਹੁਣ ਤੁਸੀਂ ਦੇਖੋ, ਕਹਿੰਦੇ ਸਾਡੇ ਹਿਰਦੇ ਰੂਪੀ ਘਰ ਵਿੱਚ ਪ੍ਰਭੂ ਪਰਮਾਤਮਾ ਹੈਗਾ, ਪਰ ਲੇਕਿਨ ਜਦੋਂ ਉਹਦਾ ਸਾਨੂੰ ਅਹਿਸਾਸ ਨਹੀਂ ਹੁੰਦਾ, ਜਦੋਂ ਸਾਨੂੰ ਉਹਦਾ ਅਨੁਭਵ ਨਹੀਂ ਹੁੰਦਾ, ਜਦੋਂ ਉਹਨੂੰ ਅਸੀਂ ਆਪਣੇ ਨਾਲ ਨਹੀਂ ਸਮਝਦੇ, ਤੇ ਅਸੀਂ ਦਿਨ ਰਾਤ ਸੜਦੇ ਰਹਿੰਦੇ ਹਾਂ ਵਿਕਾਰਾਂ ਵਿੱਚ, ਤ੍ਰਿਸ਼ਨਾ ਦੀ ਅੱਗ ਵਿੱਚ, ਨਿੰਦਾ, ਚੁਗਲੀ, ਮੇਰ, ਤੇਰ, ਮਤਲਬ ਕਿ ਵੈਰ, ਵਿਰੋਧ, ਬੇਅੰਤ ਬੇਅੰਤ ਅਵਗੁਣ ਨੇ, ਬੇਅੰਤ ਮਤਲਬ ਕਿ ਵਿਕਾਰ ਨੇ, ਜਿਨ੍ਹਾਂ ਵਿੱਚ ਅਸੀਂ ਸੜਦੇ ਰਹਿੰਦੇ ਹਾਂ। ਗੁਰੂ ਸਾਹਿਬ ਕਹਿੰਦੇ ਨੇ ਇਹਦੇ ਵਿੱਚ ਪੌੜੀ ਵਿੱਚ, ਨਾਨਕ ਤਿਨਾ ਬਸੰਤ ਹੈ, ਜਿਨ ਘਰ ਵਸਿਆ ਕੰਤ। ਕਹਿੰਦੇ ਨੇ ਹੇ ਨਾਨਕ, ਜਿਨ੍ਹਾਂ ਜੀਵ ਇਸਤਰੀਆਂ ਦਾ ਖਸਮ ਘਰ ਵਿੱਚ ਵਸਦਾ ਹੈ, ਉਹਨਾਂ ਦੇ ਭਾ ਦਾ ਬਸੰਤ ਰੁੱਤ ਆਈ ਹੋਈ ਹੈ। ਹੁਣ ਜੀਵ ਇਸਤਰੀਆਂ ਦਾ ਮਤਲਬ ਇਹ ਨਹੀਂ ਕਿ ਅਸੀਂ ਫੀਮੇਲ ਨੂੰ ਕਹਿ ਰਹੇ ਨੇ ਗੁਰੂ ਸਾਹਿਬ, ਇੱਥੇ ਮੇਲ ਤੇ ਫੀਮੇਲ ਦੇ ਵਾਸਤੇ, ਸਾਰਿਆਂ ਵਾਸਤੇ ਜਿਹੜੀ ਗੁਰਬਾਣੀ ਹੈ ਨਾ, ਅਸੀਂ ਸਾਰੀਆਂ ਹੀ ਜੀਵ ਇਸਤਰੀਆਂ ਵਾਂ, ਚਾਹੇ ਉਹ ਮੇਲ ਹੈ ਚਾਹੇ ਉਹ ਫੀਮੇਲ ਹੈ। ਸਾਡੇ ਦਿਮਾਗ ਵਿੱਚ ਹੁੰਦਾ ਕਿ ਮੁੰਡਾ ਹੈ ਤੇ ਕੁੜੀ ਹੈ, ਪਰ ਪ੍ਰਮਾਤਮਾ ਵਾਸਤੇ ਅਸੀਂ ਸਾਰੇ ਬੱਚੇ ਆ, ਇੱਕੋ ਜੈਸੇ ਬੱਚੇ ਆ। ਇੱਥੇ ਗੁਰੂ ਸਾਹਿਬ ਕਹਿੰਦੇ ਨੇ ਵੀ ਉਹਨਾਂ ਦੇ ਅੰਦਰ ਸਦਾ ਬਸੰਤ ਚੜੀ ਰਹਿੰਦੀ ਹੈ, ਜਿਹੜੀ ਜੀਵ ਇਸਤਰੀਆਂ ਦੇ ਮਨ ਵਿੱਚ ਪਰਮਾਤਮਾ ਹਿਰਦੇ ਰੂਪੀ ਘਰ ਵਿੱਚ ਪਰਮਾਤਮਾ ਵਸ ਜਾਂਦਾ ਹੈ। ਤੁਸੀਂ ਦੇਖੋ, ਜੇ ਉਹ ਨਹੀਂ ਵਸਦਾ ਤੇ ਸਾਡੇ ਹਾਲਾਤ ਗੁਰੂ ਸਾਹਿਬ ਨੇ ਅਗਲੀ ਪੰਕਤੀ ਚ ਕੋਟ ਕਰਕੇ ਦੱਸ ਦਿੱਤੇ ਨੇ ਵੀ ਜੇ ਉਹ ਨਹੀਂ ਵਸਿਆ, ਗੁਰੂ ਦੀ ਬਾਣੀ ਦੇ ਦੁਆਰਾ ਗੁਰੂ ਦੀ ਮੱਤ ਨਹੀਂ ਲਿੱਤੀ, ਗੁਰੂ ਵਰਗਾ ਸੁਭਾਵ ਨਹੀਂ ਹੋਇਆ, ਗੁਰੂ ਵਰਗੇ ਗੁਣ ਨਹੀਂ ਹੋਏ, ਗੁਰੂ ਵਰਗਾ ਸਾਡੀ ਦੇਖਣੀ, ਬੋਲਣੀ, ਸੁਣਨੀ ਨਹੀਂ ਹੋਈ, ਤੇ ਸਾਡੇ ਹਾਲਾਤ ਕਿਹੋ ਜਿਹੇ ਹੋਣਗੇ। ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਨੇ ਬੜੀ ਡਿਟੇਲ, ਇੱਕੋ ਪੰਕਤੀ ਵਿੱਚ, ਮੈਂ ਕਈ ਵਾਰ ਸੋਚਦੀ ਹੁੰਦੀ ਹਾਂ ਵੀ ਗੁਰਬਾਣੀ ਅਥਾਹ ਸਾਗਰ ਹੈ, ਇੱਕ ਇੱਕ ਪੰਕਤੀ ਵਿੱਚ ਗੁਰੂ ਸਾਹਿਬ ਨੇ ਰਤਨ ਜੋਹਾਰ ਮਾਣਕ ਭਰੇ ਹੋਏ ਨੇ, ਬੇਸ਼ਰਤੇ ਕਿ ਮੈਂ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਉਸ ਗੁਰਬਾਣੀ ਨੂੰ, ਉਸ ਸ਼ਬਦ ਨੂੰ ਆਪਣੇ ਉੱਤੇ ਕੋਟ ਕਰਾਂ ਕਿ ਇਹ ਸ਼ਬਦ ਮੇਰੇ ਵਾਸਤੇ ਆ ਔਰ ਮੈਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਨੇ ਇਹ ਦੱਸਿਆ ਵਾ। ਅਗਲੀ ਪੰਕਤੀ ਚ ਕਹਿੰਦੇ ਆ ਜੀ, ਜਿਨਕੇ ਕੰਤ ਦਿਸ਼ਾਪੁਰੀ, ਸੇ ਅਹਰਨ ਫਿਰੇ, ਸੇ ਅਹਨਸ ਫਿਰੇ ਜਲੰਤ। ਕਹਿੰਦੇ ਪਰ ਜਿਨ੍ਹਾਂ ਦੇ ਖਸਮ ਪਰਦੇਸ ਵਿੱਚ ਗਏ ਹੋਏ ਹਨ, ਉਹ ਦਿਨ ਰਾਤ ਸੜਦੀਆਂ ਫਿਰਦੀਆਂ ਰਹਿੰਦੀਆਂ ਹਨ। ਹੁਣ ਤੁਸੀਂ ਦੇਖੋ, ਖਸਮ ਪਰਦੇਸ ਵਿੱਚ ਦੇਣ ਦਾ ਐਗਜ਼ਾਮਪਲ ਦੇਣ ਦਾ ਮਤਲਬ ਹੈ ਕਿ ਵੀ ਜਦੋਂ ਮਤਲਬ ਕਿ ਇੱਕ ਫੀਮੇਲ, ਇੱਕ ਮਤਲਬ ਕਿ ਪਤਨੀ ਦਾ ਪਤੀ ਕਿਤੇ ਵਿਦੇਸ਼ ਵਿੱਚ ਰਹਿੰਦਾ ਹੋਵੇ, ਤੇ ਉਹ ਸਾਰਾ ਦਿਨ ਉਹਦੀ ਯਾਦ ਵਿੱਚ, ਸਾਰਾ ਦਿਨ ਉਹਦੇ ਮਤਲਬ ਕਿ ਉਹਦੇ ਵਿਛੋੜੇ ਵਿੱਚ ਹੀ, ਮਤਲਬ ਕਿ ਉਹਨੂੰ ਯਾਦ ਕਰ ਕਰਕੇ ਹੀ ਮਤਲਬ ਕਿ ਆਪਣਾ ਦਿਨ ਰਾਤ ਕੱਟਦੀ ਰਹਿੰਦੀ ਹੈ। ਪਰ ਹੁਣ ਤੁਸੀਂ ਦੇਖੋ ਕਿ ਇੱਕ ਇੱਥੇ ਗੁਰੂ ਸਾਹਿਬ ਨੇ ਕਿਹੜੇ ਕੰਤ ਦੀ ਤੇ ਕਿਹੜੇ ਮਤਲਬ ਕਿ ਕਿਹਦੀ ਗੱਲ ਕੀਤੀ ਹੈ। ਇਹਦੇ ਵਿੱਚ ਕੰਤ ਹੈ ਸਾਡਾ ਰੱਬ, ਸਾਡਾ ਗੁਰੂ, ਸਾਡਾ ਪ੍ਰਭੂ, ਚਾਹੇ ਅੱਲਾ, ਚਾਹੇ ਰਾਮ, ਚਾਹੇ ਵਾਹਿਗੁਰੂ, ਉਹਦੀ ਗੱਲ ਕੀਤੀ ਹੈ ਕਿ ਵੀ ਜੇ ਉਹ ਸਾਡੇ ਹਿਰਦੇ ਰੂਪੀ ਘਰ ਵਿੱਚ ਨਹੀਂ ਵਸਿਆ ਤੇ ਅਸੀਂ ਅਹਨਿਸ ਫਿਰੇ ਜਲੰਤ, ਅਸੀਂ ਦਿਨ ਰਾਤ ਸੜਦੇ ਹਾਂ। ਕਿਹਦੇ ਵਿੱਚ ਸੜਦੇ ਹਾਂ? ਵਿਕਾਰਾਂ ਵਿੱਚ। ਦੇਖੋ, ਵਿਕਾਰਾਂ ਨੂੰ ਅਸੀਂ ਗੁਰੂ ਦੀ ਗੁਰਬਾਣੀ, ਗੁਰ ਕੀ ਮਤੁ ਲੈ ਇਆਣੇ, ਭਗਤ ਬਿਨਾ ਵੋ ਡੂਬੇ ਸਿਆਣੇ। ਅਸੀਂ ਇਆਣੇ ਬੱਚੇ ਹਾਂ, ਅਸੀਂ ਇਆਣੇ ਤੋਂ ਸਿਆਣਾ ਹੋਣਾ ਗੁਰੂ ਦੀ ਮੱਤ ਲੈ ਕੇ। ਔਰ ਉਹ ਗੁਰੂ ਹਮੇਸ਼ਾ ਸਾਨੂੰ ਹਰ ਸ਼ਬਦ ਵਿੱਚ, ਕਦੀ ਵੀ ਤੁਸੀਂ ਗੁਰਦੁਆਰਾ ਸਾਹਿਬ ਜਾਓ ਜਾਂ ਘਰ ਬਾਣੀ ਪੜ੍ਹੋ, ਹਰ ਸ਼ਬਦ ਮੇਰੇ ਉੱਤੇ ਢੁਕਦਾ, ਹਰ ਸ਼ਬਦ ਮੈਨੂੰ ਸਮਝਾਉਣ ਵਾਸਤੇ ਹੈ, ਹਰ ਸ਼ਬਦ ਮੈਨੂੰ ਜਾਨਵਰ ਤੋਂ ਇਨਸਾਨ ਬਣਾਉਣੇ ਵਾਸਤੇ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ, ਹਰ ਸ਼ਬਦ ਸਾਨੂੰ ਮਤਲਬ ਕਿ ਪਸ਼ੂਆਂ ਤੋਂ ਇਨਸਾਨ ਬਣਾਉਣ ਵਾਸਤੇ ਹੈ। ਸੋ ਗੁਰਬਾਣੀ ਪੜ੍ਹਦਿਆਂ, ਸ਼ਬਦ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ ਜੀ। ਆਪ ਸੁਣਨੇ ਵਾਲੇ ਔਰ ਗੁਰੂ ਸਾਹਿਬ ਬਖਸ਼ਿੰਦਨ ਜੀ, ਬਖਸ਼ ਲੈਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।